ਔਰ ਜਿੱਥੇ ਅਸੀਂ ਡਾਕਟਰਾਂ ਦੇ ਨਰਸਿਸ ਦੇ ਸਨਮਾਨ ਦੀ ਗੱਲ ਕੀਤੀ ਉੱਥੇ ਇਹ ਡਾਕਟਰ ਖੁਦ ਕੈਸੇ ਹਾਲਾਤ ਦਾ ਸਾਹਮਣਾ ਕਰਦੇ ਨੇ ਐਮਰਜੈਂਸੀ ਦੇ ਵਿੱਚ, ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਦੇ ਕੀ ਗੁਜ਼ਰਦੀ ਆ ਔਰ ਕਿਸ ਤਰ੍ਹਾਂ ਇਹ ਸਲਾਹ ਦਿੰਦੇ ਨੇ ਤੁਹਾਡੇ ਹਾਲਾਤ ਸੁਧਾਰਨ ਦੇ ਵਾਸਤੇ। ਆਓ ਗੱਲ ਕਰਦੇ ਹਾਂ ਨਿਊ ਹੈਂਪਸ਼ਾਇਰ ਦੇ ਵਿੱਚ ਡਾਕਟਰ ਹਰਮਨ ਸਿੰਘ ਗਿੱਲ ਹੋਰਾਂ ਦੇ ਨਾਲ, ਜਿਨ੍ਹਾਂ ਨੇ ਪੂਰੇ ਹਾਲਾਤ ਸੰਬੰਧੀ ਵਿਸਥਾਰ ਚਰਚਾ ਜਸਲੀਨ ਕੌਰ ਦੇ ਨਾਲ ਕੀਤੀ। Dr. Harman Gill, before we start the interview, ਤੁਹਾਨੂੰ ਅਸੀਂ ਰਿਕੁਐਸਟ ਕਰਨਾ ਚਾਹਾਂਗੇ if you can tell our viewers what exactly do you do and ਕਿੱਥੇ ਤੁਸੀਂ ਕੰਮ ਕਰਦੇ ਹੋ। मैं ਅਸਿਸਟੈਂਟ ਪ੍ਰੋਫੈਸਰ ਹਾਂ ਐਮਰਜੈਂਸੀ ਮੈਡੀਸਨ ਤੇ ਕ੍ਰਿਟੀਕਲ ਕੇਅਰ ਮੈਡੀਸਨ 'ਚ, ਤੇ ਮੈਂ ਦੋ ਜਗ੍ਹਾ ਕੰਮ ਕਰਦਾ ਹਸਪੀਟਲ 'ਚ। ਮੇਰਾ ਹਸਪੀਟਲ ਹੈ ਡਾਰਟਮouth ਹਿਚਕੌਕ ਮੈਡੀਕਲ ਸੈਂਟਰ, ਜਿਹੜਾ ਨਿਊ ਹੈਂਪਸ਼ਾਇਰ ਵਿਖੇ ਹੈ ਅਮਰੀਕਾ 'ਚ। ਤੇ ਐਮਰਜੈਂਸੀ ਮੈਡੀਸਨ ਕਦੇ ਇੰਡੀਆ 'ਚ ਕਹਿੰਦੇ ਨੇ ਕੈਜੁਅਲਟੀ ਮੈਡੀਸਨ ਜਿਹਨੂੰ ਕਹਿੰਦੇ ਨੇ, ਜਿੱਥੇ ਐਂਬੂਲੈਂਸਾਂ ਤੇ ਜਿਹੜਾ ਅਕਿਊਟ ਐਕਸੀਡੈਂਟ ਇੰਜਰਡ ਲੋਕ ਬਿਮਾਰ ਲੋਕ ਇੱਕਦਮ ਹਸਪੀਟਲ ਦੇ ਅੰਦਰ ਆਉਂਦੇ ਨੇ ਜਾਂ ਐਂਬੂਲੈਂਸਾਂ ਲੈ ਕੇ ਆਉਂਦੀਆਂ ਨੇ। ਤੇ ਉਹਦੇ ਬਾਅਦ ਐਮਰਜੈਂਸੀ ਮੈਡੀਸਨ 'ਚ ਬਜ਼ੁਰਗ ਆਉਂਦੇ ਨੇ, ਬੱਚੇ ਆਉਂਦੇ ਨੇ, ਸਾਰੇ ਉਮਰ ਤੇ ਸਾਰੀ ਡਿਜ਼ੀਜ਼ਸ ਦੇ ਪ੍ਰੈਜੈਂਟੇਸ਼ਨ ਦੇ ਲੋਕ ਹੀ ਆਉਂਦੇ ਨੇ। ਤੇ ਕ੍ਰਿਟੀਕਲ ਕੇਅਰ ਮੈਡੀਸਨ ਜਿਹੜਾ ਮੈਂ ਤਕਰੀਬਨ 50-50 ਸਪਲਿਟ 'ਚ ਕੰਮ ਕਰਦਾ। ਤੇ ਕ੍ਰਿਟੀਕਲ ਕੇਅਰ ਮੈਡੀਸਨ ਨੂੰ ਕਦੇ ਕਦੇ ਕਹਿੰਦੇ ਨੇ ਇੰਟੈਂਸਿਵ ਕੇਅਰ ਮੈਡੀਸਨ। ਤੇ ਉੱਥੇ ਜਿਹੜਾ ਪੇਸ਼ੈਂਟ ਹੁੰਦਾ ਉਹ ਜ਼ਰੂਰਤ ਜ਼ਿਆਦਾ ਸਭ ਤੋਂ ਜ਼ਿਆਦਾ ਕ੍ਰਿਟੀਕਲੀ ਇਲ ਜਾਂ ਜ਼ਿਆਦਾ ਬਿਮਾਰ ਹੁੰਦੇ ਨੇ, ਜਿੱਦਾਂ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਜਾਂ ਜ਼ਿਆਦਾ ਲੋ ਹੋਏ, ਜਿਨ੍ਹਾਂ ਨੂੰ ਵੈਂਟੀਲੇਟਰ 'ਤੇ ਪਾਉਣਾ ਪੈਂਦਾ, ਜਿਹੜੀ ਫੇਫੜਿਆਂ ਨੂੰ ਸਾਂਸ ਦੇਣ ਵਾਲੀ ਟਿਊਬ ਲਾਈ ਦੀ ਆ ਮੂੰਹ 'ਤੇ ਮਸ਼ੀਨ 'ਤੇ। ਤੇ ਬਾਕੀ ਸਾਰੀ ਚੀਜ਼ਾਂ ਜਿੱਦਾਂ ਲੋਕਾਂ ਨੂੰ ਜਦੋਂ ਹਾਰਟ ਅਟੈਕ ਹੋ ਜਾਂਦਾ ਹੈ, ਡਾਇਲਿਸਿਸ ਲੱਗਦਾ ਹੈ, ਸਾਰੀ ਚੀਜ਼ਾਂ ਜਿਹੜੀ ਕਰੋਨਾ ਵਾਇਰਸ ਕਰਕੇ ਕਾਫੀ ਗੰਭੀਰ ਤੇ ਕਾਫੀ ਜਿਹੜੇ ਸੀਰੀਅਸ ਹੁੰਦੇ ਨੇ ਉਹ ਕ੍ਰਿਟੀਕਲ ਕੇਅਰ ਮੈਡੀਸਨ 'ਚ ਜਾਂਦੇ ਨੇ। ਜੀ ਡਾਕਟਰ ਹਰਮਨ, ਨਾਓ ਕਮਿੰਗ ਟੂ ਮਾਈ ਕੁਐਸਚਨਸ, ਇਟਸ ਬੀਨ ਆਲਮੋਸਟ 3 months ਕਿ ਅਸੀਂ ਇਹ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਹੈਗੀ ਇਸ ਨੂੰ ਡੀਲ ਕਰ ਰਹੇ ਹਾਂ। ਤੁਸੀਂ ਕਈ ਪੇਸ਼ੈਂਟਸ ਨੂੰ ਟਰੀਟ ਕੀਤਾ ਹੋਏਗਾ, ਕਈ ਕੇਸਿਸ ਅਜਿਹੇ ਵੀ ਹੋਣਗੇ ਜਿਹੜੇ ਰਿਕਵਰ ਹੋਏ ਹੋਣਗੇ। ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਤੁਸੀਂ ਡੀਲ ਕੀਤਾ ਇਸ ਕ੍ਰਾਈਸਿਸ ਦੇ ਨਾਲ। ਇਹ ਬਹੁਤ ਮੁਸ਼ਕਿਲ ਤੇ ਅੱਛਾ ਕੁਐਸਚਨ ਹੈ। ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਇਹ ਮੇਰੀ ਡੀਲਿੰਗ ਨਹੀਂ ਹੈ ਜਾਂ ਕਿਸੇ ਹੋਰ ਦੀ ਡੀਲਿੰਗ ਨਹੀਂ ਹੈ, ਸਾਰੇ ਟੀਮ ਦੀ ਤੇ ਸਾਰੇ ਸਟੇਟ ਦੀ ਡੀਲਿੰਗ ਹੈ, ਤੇ ਇੱਕ ਤਰੀਫੋਂ ਤਾਂ ਸਾਰੇ ਕੰਟਰੀ ਦੀ ਡੀਲਿੰਗ ਹੈ। ਤੇ ਸਪੈਸੀਫਿਕਲੀ ਸਾਡਾ ਜਿਹੜਾ ਏਰੀਆ ਪੈਂਦਾ ਹੈ ਉਹ ਥੋੜ੍ਹਾ ਜਿਹਾ ਯੂਨੀਕ ਹੈ ਕਿ ਅਸੀਂ ਮੇਜਰ ਏਅਰਪੋਰਟ ਤੋਂ ਟਰੈਵਲ ਹਬਸ ਤੋਂ ਦੂਰ ਨੇ। ਤੇ ਅਸੀਂ ਸਪੈਸੀਫਿਕਲੀ ਸਾਡੇ ਸਿਸਟਮ 'ਚ ਇਹਦਾ ਜ਼ਿਆਦਾ ਅਸਰ ਹੋਣਾ ਸ਼ੁਰੂ ਹੋਇਆ ਸੀ ਤਕਰੀਬਨ ਮਿਡਲ ਮਾਰਚ ਦੇ ਤਰਫੀ। ਮੈਂ ਇਸ ਕਰਕੇ ਮਿਡਲ ਮਾਰਚ ਦਾ ਰੈਫਰੈਂਸ ਦੇ ਰਿਹਾ ਕਿਉਂਕਿ ਬਾਕੀ ਜਗ੍ਹਾ ਜਿੱਦਾਂ ਤੁਸੀਂ ਸੁਣਿਆ ਹੋਣਾ ਮੈਨਹੈਟਨ 'ਚ ਜਾਂ ਸਿਐਟਲ 'ਚ ਉਹ ਜਗ੍ਹਾ 'ਤੇ ਅਸਰ ਜਿਹੜਾ ਸੀਗਾ ਉਹ ਥੋੜ੍ਹਾ ਜਿਹਾ ਪਹਿਲਾਂ ਹੋਇਆ ਸੀ। ਤੇ ਰਿਲੇਟਿਵਲੀ ਸਪੀਕਿੰਗ ਸਾਡੀ ਪੀਕ ਜਿਹੜੀ ਹੈ ਉਹ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਸਾਡੀ ਪੀਕ ਹਾਲੇ ਆਈ ਵੀ ਨਹੀਂ ਹੈ, ਤੇ ਸਾਡੀ ਪੀਕ ਸ਼ਾਇਦ ਮਿਡਲ ਮਈ ਤੇ ਜੂਨ ਤੇ ਆਏ। ਇਹਦਾ ਕਰਕੇ ਸਾਨੂੰ ਅਰਲੀ ਵਾਰਨਿੰਗ ਕਾਫੀ ਮਿਲ ਗਈ ਸੀਗੀ ਤੇ ਸਾਨੂੰ ਤਿਆਰੀਆਂ ਕਰਨ 'ਚ ਕਾਫੀ ਟਾਈਮ ਸੀਗਾ ਤੇ ਉਹਦੀ ਸਹੂਲਤ ਸੀਗੀ। ਤੇ ਸਪੈਸੀਫਿਕਲੀ ਤੁਸੀਂ ਸੁਣਿਆ ਹੋਣਾ ਜਿਹਨੂੰ ਕਹਿੰਦੇ ਨੇ PPE, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ, ਮਾਸਕਸ, ਗਲਵਸ, ਨਾਟ ਜਸਟ ਹਸਪੀਟਲ ਦੇ ਅੰਦਰ ਬਟ ਹਸਪੀਟਲਾਂ ਦੇ ਬਾਹਰ ਵੀ ਅਸੀਂ ਇਹਨਾਂ ਸਾਰੇ ਚੀਜ਼ਾਂ ਦੀ ਤਿਆਰੀ ਕਰ ਸਕੇ ਤੇ ਚੰਗੀ ਤਰੀਕਾ ਨਾਲ ਤਿਆਰੀਆਂ ਕਰ ਸਕੇ ਹਾਂ। ਬਹੁਤ ਜਿੰਨੀ ਸਾਨੂੰ ਅੱਜ ਨੀਡ ਹੈ ਤੇ ਪ੍ਰੈਡਿਕਟ ਕਰਨਾ ਕਿ ਮਹੀਨੇ, 1.5 ਮਹੀਨੇ, 2 ਮਹੀਨੇ, ਅੱਧੇ ਸਾਲ ਦੇ ਬਾਅਦ, 1 ਸਾਲ ਦੇ ਬਾਅਦ ਕੀ ਨੀਡ ਹੋਏਗੀ ਸਾਡੀ। ਤੇ ਉਸ ਕਰਕੇ ਸਾਨੂੰ ਤੇ ਮੈਨੂੰ ਖੁਦ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇਹਦਾ ਅਸੀਂ ਅਸਰ ਜਿਹੜਾ ਸੀਗਾ ਉਹ ਸਮਝ ਸਕੇ, ਲੋਕਾਂ ਕੋਲੋਂ ਸਿੱਖ ਸਕੇ ਤੇ ਉਹਦੇ ਨਾਲ ਅਕੋਰਡਿੰਗਲੀ ਤਿਆਰੀਆਂ ਕਰ ਸਕੇ। ਇੱਕ ਚੀਜ਼ ਜਿਹੜੀ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਕੀਤੀ ਹੈ ਉਹ ਇਜ਼ ਬੋਥ ਐਮਰਜੈਂਸੀ ਮੈਡੀਸਨ ਤੇ ਕ੍ਰਿਟੀਕਲ ਕੇਅਰ ਮੈਡੀਸਨ 'ਚ ਕਿ ਅਸੀਂ ਸਿਮੂਲੇਸ਼ਨ ਬਹੁਤ ਕਰਦੇ ਹਾਂ। ਉਹਦਾ ਮਤਲਬ ਇਹ ਹੈ ਕਿ ਇੱਕ ਕਮਰੇ 'ਚ ICU ਦੇ ਅੰਦਰ ਜਾਂ ਐਮਰਜੈਂਸੀ ਮੈਡੀਸਨ ਦੇ ਵਾਰਡ ਦੇ ਅੰਦਰ ਇੱਕ ਡਮੀ ਪੇਸ਼ੈਂਟ ਨੂੰ ਕਮਰੇ 'ਚ ਬਿਠਾ ਦਿਓ ਤੇ ਉਹਦੇ ਮੌਕ ਟਰਾਇਲਸ ਤੇ ਡਰਿਲਸ ਕਰਦੇ ਆ ਜਿੱਦਾਂ ਕਿ ਅਸਲੀ 'ਚ ਪੇਸ਼ੈਂਟ ਆ ਗਿਆ ਹੋਏ। ਬਹੁਤ ਜਿਹੜੇ ਬਿਮਾਰ ਹੈ, ਨਾ ਬਿਮਾਰ ਹੈ, ਬੱਚੇ ਨੇ, ਬਜ਼ੁਰਗ ਨੇ, ਵੋਲਿਊਮ 'ਚ ਨੇ,
ਤੇ ਮੇਰੇ ਹਿਸਾਬ ਤੋਂ ਜਿਹੜੀ ਇੱਕ ਚੀਜ਼ ਹੈ ਜੋ ਸਾਨੂੰ ਸਭ ਤੋਂ ਜ਼ਿਆਦਾ ਹੈਲਪ ਕੀਤੀ ਹੈ ਜਿਹਨੇ ਉਹ ਸਿਮੂਲੇਸ਼ਨ ਹੈ। ਜੀ ਜੀ ਡੈਫੀਨਿਟਲੀ ਜਦੋਂ ਤੁਸੀਂ ਪੇਸ਼ੈਂਟਸ ਨੂੰ ਟ੍ਰੀਟ ਕਰ ਰਹੇ ਹੈਗੇ ਹੋ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪ ਵੀ ਤੁਹਾਡੀ ਟੀਮ ਜਿਹੜੀ ਹੈਗੀ ਹੈ ਉਹ ਆਪ ਵੀ ਪ੍ਰੀਕਾਸ਼ਨਸ ਰੱਖਣ। ਕਿਸ ਤਰ੍ਹਾਂ ਦੀ ਪ੍ਰੀਕਾਸ਼ਨਸ ਤੁਸੀਂ ਲਿੱਤੀਆਂ ਹਨ ਔਰ ਕਿਸ ਤਰ੍ਹਾਂ ਦੀ ਪ੍ਰੀਕਾਸ਼ਨਸ ਹੁਣ ਤੁਸੀਂ ਲੈ ਰਹੇ ਹੋ? ਸੋ ਇਹ ਬਹੁਤ ਅੱਛਾ ਕੁਐਸਚਨ ਹੈ ਤੇ ਬਹੁਤ ਮੁਸ਼ਕਿਲ ਵੀ ਕੁਐਸਚਨ ਹੈ ਕਿਉਂਕਿ ਸ਼ੁਰੂ 'ਚ ਸਾਨੂੰ ਇਸ ਬਿਮਾਰੀ ਦੇ ਬਾਰੇ ਜ਼ਿਆਦਾ ਪਤਾ ਹੀ ਨਹੀਂ ਸੀਗਾ। ਕਿੰਨਾ ਦੇਰ ਲੱਗਦਾ ਇਹਨੂੰ ਮੈਕਸਿਮਮ ਇਫੈਕਟ ਹੋਣ ਨੂੰ, ਕਿਹੜੇ ਲੋਕ ਨੇ ਜਿਹੜੇ ਜ਼ਿਆਦਾ ਬਿਮਾਰ ਰਹਿੰਦੇ ਨੇ ਤੇ ਉਹਦੇ ਅਕੋਰਡਿੰਗਲੀ ਕਿਸ ਟਾਈਪ ਦੇ ਪ੍ਰੀਕਾਸ਼ਨ ਲੋਕਾਂ ਨੂੰ ਹਸਪੀਟਲ 'ਚ ਲੈਣੇ ਪੈਂਦੇ ਨੇ ਤੇ ਕਿਸ ਟਾਈਪ ਦੇ ਪ੍ਰੀਕਾਸ਼ਨ ਉਹਨਾਂ ਨੂੰ ਲੈਣੇ ਪੈਂਦੇ ਨੇ ਜਿਹੜੇ ਹਸਪੀਟਲ ਆਉਂਦੇ ਨੇ ਬਟ ਹਸਪੀਟਲ ਦੇ ਇਵੈਂਚੁਅਲੀ ਡਿਸਚਾਰਜ ਹੋ ਜਾਂਦੇ ਨੇ। ਐਂਡ ਮਾਰਚ ਤੋਂ ਲੈ ਕੇ ਹੁਣ ਤਾਂ ਜਦੋਂ ਆਲਮੋਸਟ ਲਾਈਕ ਅਰਲੀ ਮੇ ਸਮਝ ਲਓ ਤਕਰੀਬਨ 1.5-2 ਮਹੀਨੇ ਹੋ ਗਏ ਨੇ। it's certainly not static, ਮਤਲਬ ਜਿਹੜੀ ਇਹ ਚੀਜ਼ ਹੈ ਉਹ ਕਾਫੀ ਚੇਂਜ ਹੋਈ ਹੈ ਐਜ਼ ਜਿੱਦਾਂ ਕਿ ਸਾਡਾ ਐਕਸਪੀਰੀਅੰਸ ਵੱਧਦਾ ਹੈ ਤੇ ਸਾਡੇ ਨੌਲੇਜ ਇਸ ਡਿਜ਼ੀਜ਼ ਦੇ ਬਾਰੇ ਵੱਧਦੀ ਹੈ। ਤੇ ਪਰਸਨਲੀ ਜਿਹੜੇ ਪ੍ਰੀਕਾਸ਼ਨਸ ਨੇ ਉਹ ਸ਼ੁਰੂਆਤ 'ਚ ਅਸੀਂ ਸਿਰਫ ਉਹਨਾਂ ਨੂੰ ਕਰਦੇ ਸੀਗੇ ਜਿਹੜੇ ਜਿੱਦਾਂ ਬਾਹਰੋਂ ਆਉਂਦੇ ਨੇ, ਚਾਈਨਾ ਤੋਂ ਆਉਂਦੇ ਨੇ ਜਾਂ ਇਟਲੀ ਤੋਂ ਆਉਂਦੇ ਨੇ, ਜਿਹੜਾ ਹਾਈ ਰਿਸਕ ਏਰੀਆਜ਼ ਤੋਂ ਆਉਂਦੇ ਨੇ, ਬਾਹਰੋਂ ਟਰੈਵਲ ਕੀਤਾ ਹੋਇਆ। ਸ਼ੁਰੂਆਤ ਤੋਂ ਹੀ ਅਸੀਂ ਸੈਲਫ ਕੁਆਰੰਟੀਨ, ਘਰੇ ਕੁਆਰੰਟੀਨ ਕਰਨਾ ਬਹੁਤ ਜ਼ਿਆਦਾ ਸਟ੍ਰੈਸ ਕੀਤਾ। ਪਰ ਹੁਣ ਇੱਦਾਂ ਹੋ ਗਿਆ ਕਿ ਹੁਣ ਟਰੈਵਲ ਹਿਸਟਰੀ ਨੂੰ ਅਸੀਂ ਪੁੱਛਦੇ ਹਾਂ ਬਟ ਉਹਦਾ ਹੁਣ ਰੈਲੇਵੈਂਟ ਜੀ ਹੋ ਗਈ ਹੈ ਕਿਉਂਕਿ ਇਹਨੂੰ ਕਹਿੰਦੇ ਮੈਡੀਸਨ 'ਚ ਕਹਿੰਦੇ ਨੇ ਇੰਡੈਮਿਕ ਹੋ ਗਿਆ। ਸਾਡੇ ਲੋਕਲ ਏਰੀਆ 'ਚ ਇਹ ਡਿਜ਼ੀਜ਼ ਆ ਚੁੱਕੀ ਹੈ ਤੇ ਬੈਠ ਚੁੱਕੀ ਹੈ। ਤੇ ਹੁਣ ਬੇਸਿਕਲੀ ਜਿਹੜਾ ਵੀ ਬੰਦਾ ਆਉਂਦਾ ਜੇ ਉਹ ਬਿਮਾਰ ਹੈ ਉਹ ਅਪਰੋਪਰੀਏਟ ਪ੍ਰੀਕਾਸ਼ਨਸ ਨਾਲ ਆਉਂਦਾ ਹੈ। ਜਦੋਂ ਅਸੀਂ ਖੁਦ ਹੈਲਥ ਕੇਅਰ ਵਰਕਰਸ ਜਿਹੜੇ ਨੇ ਅਸੀਂ ਹਸਪੀਟਲ ਜਾਈਦਾ, ਅਸੀਂ ਅੰਦਰ ਨਹੀਂ ਵੜ ਸਕਦੇ ਜਦੋਂ ਤਾਈਂ ਗੇਟ ਤੇ ਸਾਡੇ ਕਰਮਚਾਰੀ ਸਾਡਾ ਟੈਂਪਰੇਚਰ ਨਹੀਂ ਲੈਂਦੇ, ਸਾਡੀ ਟਰੈਵਲ ਸਕਰੀਨਿੰਗ ਨਹੀਂ ਕਰਦੇ ਤੇ ਸਾਡੇ ਸਿੰਪਟਮ ਸਕਰੀਨਿੰਗ ਨਹੀਂ ਕਰਦੇ। ਜੇ ਬੁਖਾਰ ਹੋਏ, ਖਾਂਸੀ ਹੋਏ, ਨਜ਼ਲਾ ਹੋਏ ਉਹ ਸਾਨੂੰ ਅੰਦਰ ਨਹੀਂ ਵੜਨ ਦਿੰਦੇ। ਤੇ ਜਿੱਦਾਂ ਹੁਣ ਅਸੀਂ ਰੂਟੀਨਲੀ ਕੰਮ ਤੋਂ ਜਦੋਂ ਜਾਈਦਾ ਸਕ੍ਰਬਸ ਪਾਈਦਾ ਜਿਹੜੇ ਹਸਪੀਟਲ 'ਚ ਜਿਹਨਾਂ ਕਈ ਲੋਕ ਕਹਿੰਦੇ ਨੇ ਹਸਪੀਟਲ ਦੇ ਕੁੜਤੇ ਪਜਾਮੇ ਹੁੰਦੇ ਨੇ ਤੇ ਉਹ ਪਾ ਕੇ ਹੁਣ ਜਿਹੜੇ ਅੰਦਰ ਪਾਏ ਨੇ ਉਹ ਬਾਹਰ ਨਹੀਂ ਜਾ ਸਕਦੇ, ਜਿਹੜੇ ਘਰੋਂ ਆਏ ਨੇ ਉਹ ਸਕ੍ਰਬਸ ਪਹਿਨ ਕੇ ਅੰਦਰ ਨਹੀਂ ਆ ਸਕਦੇ। ਸਿਵਲੀਅਨ ਕਲੋਥਾਂ 'ਚ ਤੇ ਸਿਵਲੀਅਨ ਆਪਣੇ ਕੱਪੜਿਆਂ 'ਚ ਆਉਣਾ ਪੈਂਦਾ, ਅੰਦਰ ਆ ਕੇ ਚੇਂਜ ਕਰੋ। ਐਂਡ ਉਹਦਾ ਬੜਾ ਸਟ੍ਰਿਕਟ ਪ੍ਰੋਟੋਕਾਲ ਹੈ ਜੀ। ਐਂਡ ਸਪੈਸੀਫਿਕਲੀ ਮੇਰੇ ਵਾਸਤੇ ਜਿੱਦਾਂ ਹੁਣ ਪਗੜੀ ਪਾਣਾ, ਦਾੜੀ ਬੰਨ੍ਹ ਕੇ ਜਾਣਾ ਉਹਦੇ ਥੋੜਾ ਜਿਹਾ ਫਰਕ ਪਿਆ ਹੈ। ਜਿੱਦਾਂ ਕਿ ਪਹਿਲਾਂ ਪੂਰੀ ਪਗੜੀ ਪਾ ਕੇ ਮੀਟਿੰਗਾਂ 'ਚ ਤੇ ਕੰਮ ਤੇ ਜਾਣਾ ਅਲਾਉਡ ਸੀਗਾ। ਹੁਣ ਇਹਦਾ ਕੀ ਹੋ ਗਿਆ ਹੈ ਕਿ ਜਦੋਂ ਮੈਂ ਕੰਮ ਤੇ ਜਾਣਾ ਪੂਰੀ ਪਗੜੀ ਜਿਹੜੀ ਆ ਤੇ ਬਿਲਕੁਲ ਹੀ ਨਹੀਂ ਪਾ ਸਕਦਾ ਬਿਕੋਜ਼ ਤੁਸੀਂ ਵੇਖੋ ਕੰਨ ਜਿਹੜੇ ਨੇ ਉਹ ਕਵਰ ਹੁੰਦੇ ਨੇ ਇਹਦੇ ਨਾਲ ਤੇ ਜਿਹੜਾ ਮਾਸਕ ਪਾਈਦਾ ਪੂਰਾ ਦਾੜੀ ਦਾ ਕਰਕੇ ਉਹਦਾ ਬਹੁਤ ਫਰਕ ਪੈਂਦਾ ਤੇ ਉਹ ਮਤਲਬ ਫਿੱਟ ਨਹੀਂ ਆਉਂਦਾ। ਇਸੇ ਕਰਕੇ ਜਦੋਂ ਕੰਮ ਤੇ ਜਾਣਾ ਤੇ ਉਹਦੇ ਬਾਅਦ ਟਰਬਨ ਵੀ ਬਦਲਣੀ ਪੈਂਦੀ ਹੈ, ਛੋਟਾ ਪਟਕਾ ਜਿਹਾ ਪਾਉਣਾ ਪੈਂਦਾ ਤਾਂ ਕਿ ਜਿਹੜਾ ਉੱਤੇ ਫੇਸ ਤੇ ਸਿਰ ਤੇ ਮਾਸਕ ਪਾਉਣਾ ਪੈਂਦਾ ਪ੍ਰੋਟੈਕਸ਼ਨ ਵਾਸਤੇ ਉਹ ਫਿੱਟ ਆ ਸਕੇ। ਜੀ ਡਾਕਟਰ ਹਰਮਨ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਧੀਰੇ ਧੀਰੇ ਬਿਜ਼ਨੈਸਿਸ ਖੁੱਲ ਰਹੇ ਨੇ, ਕੰਟਰੀਜ਼ ਵੱਲੋਂ ਆਪਣੀ ਇਕੋਨਮੀਜ਼ ਖੋਲੀਆਂ ਜਾ ਰਹੀਆਂ ਨੇ, ਕੀ ਲੱਗਦਾ ਹੈ ਤੁਹਾਨੂੰ ਲੋਕਾਂ ਦੇ ਨਾਲ ਜਿਹੜੀ ਡੇ ਟੂ ਡੇ ਇੰਟਰੈਕਸ਼ਨ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ? That's a very good question. ਇਹਦਾ ਛੋਟਾ ਆਨਸਰ ਹੈ I don't know. Okay, ਇਹਦਾ ਲੰਬਾ ਆਨਸਰ ਇਹ ਹੈ ਕਿ ਹਰ ਕੰਟਰੀ ਦਾ ਤੇ ਹਰ ਜਗ੍ਹਾ ਦਾ ਸੋਲੂਸ਼ਨ ਜਿਹੜਾ ਹੈ ਉਹ ਡਿਫਰੈਂਟ ਹੋਣਾ ਚਾਹੀਦਾ ਹੈ। ਇਹ ਗੱਲ ਬਿਲਕੁਲ ਕਲੀਅਰ ਹੈ ਕਿਉਂਕਿ ਜਿੱਦਾਂ ਮੈਂ ਪਹਿਲਾਂ ਕਹਿ ਰਿਹਾ ਸੀ ਸਾਰੀ ਜਗ੍ਹਾ ਜਿਹੜੀਆਂ ਨੇ ਵੈਦਰ ਮਤਲਬ ਬਾਕੀ ਕੰਟਰੀਆਂ ਦੇ ਤੇ ਛੱਡੋ, ਅਮਰੀਕਾ ਦੇ ਅੰਦਰ ਹੀ ਠੀਕ ਹੈ, ਜਿਹੜੇ ਸਾਡੀ ਸਟੇਟ ਹੈ ਸਾਡਾ ਸਟੇਟ ਨਾ ਨਿਊ ਹੈਂਪਸ਼ਾਇਰ ਤੇ ਵਰਮੌਂਟ ਦੇ ਦੋਨੋਂ ਬਾਰਡਰਾਂ ਤੇ ਪੈਂਦਾ ਤੇ ਸਾਡਾ ਜਿਹੜਾ ਹਸਪੀਟਲ ਹੈ ਉਹ ਵੱਡਾ ਕਰਕੇ
ਵੀ ਅਸੀਂ 4 ਸਟੇਟਸ ਨੂੰ ਸਰਵ ਕਰਦੇ ਹਾਂ, ਮੇਨ, ਵਰਮੌਂਟ, ਨਿਊ ਹੈਮਪਸ਼ਾਇਰ ਤੇ ਕਈ ਏਰੀਆਜ਼ ਇਨ ਮੈਸੇਚਿਊਸੇਟਸ ਐਜ਼ ਵੈਲ। ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਸਾਰੀਆਂ ਜਗ੍ਹਾ ਤੇ ਇਹ ਡਿਜ਼ੀਜ਼ ਜਿਹੜੀ ਹੈ ਉਹ ਇਕੁਅਲ ਨਹੀਂ ਹੈ। ਇਸੇ ਕਰਕੇ ਜਦੋਂ ਹੁਣ ਡਿਜ਼ੀਜ਼ ਛੁੱਟੇਗੀ, ਉਹ ਛੁੱਟੇਗੀ ਵੀ ਇਕੁਅਲੀ ਨਹੀਂ ਛੁੱਟੇਗੀ, ਠੀਕ ਹੈ। ਕਈ ਜਗ੍ਹਾ ਨੇ ਜਿਹੜੇ ਆ ਰੂਰਲ ਨੇ, ਕਈ ਜਗ੍ਹਾ ਨੇ ਜਿਹੜੇ ਜ਼ਿਆਦਾ ਸਿਟੀ ਬੇਸਡ ਨੇ, ਤੇ ਉਹਨਾਂ ਦਾ ਜਿੱਦਾਂ ਜਿੱਦਾਂ ਸਿਟੀਜ਼ ਖੁੱਲਣਗੀਆਂ, ਇਕੋਨਮੀਜ਼ ਖੁੱਲਣਗੀਆਂ, 에ਅਰਪੋਰਟਸ ਖੁੱਲਣਗੇ, ਬੱਸਾਂ ਚੱਲਣਗੀਆਂ, ਟ੍ਰੇਨਸ ਚੱਲਣਗੀਆਂ, ਇੰਟਰਸਟੇਟ ਟਰੈਵਲ ਹੋਏਗਾ। ਇਹ ਆਈ ਥਿੰਕ ਬਹੁਤ ਸੋਚ ਸਮਝ ਕੇ ਧਿਆਨ ਨਾਲ ਕਰਨਾ ਪਊਗਾ, ਬਿਕਾਜ਼ ਮੇਰਾ ਤੇ ਮੇਰੇ ਕੋਲੀਗਸ ਦਾ ਡਰ ਇਹੀ ਹੈ ਕਿ ਅਸੀਂ ਹੁਣ ਜਿਹੜੀ ਆ ਸੋਸ਼ਲ ਡਿਸਟੈਂਸਿੰਗ ਤੇ ਕੁਆਰੰਟਾਈਨਿੰਗ ਤੇ ਸਟੇ ਐਟ ਹੋਮ ਆਰਡਰਸ ਦਾ ਪਾਲਣ ਕੀਤਾ, ਦਿਸ ਹੈਜ਼ ਬੀਨ ਸਕਸੈਸਫੁਲ। ਮਤਲਬ ਸੋਚੋ, ਇਹ ਇਹੋ ਜਿਹੀ ਡਿਜ਼ੀਜ਼ ਹੈ ਜਿਹਦੇ 'ਚ ਡਾਕਟਰਾਂ ਦੀ ਤੇ ਹਸਪਤਾਲਾਂ ਦਾ ਰੋਲ ਹੈ ਹੀ ਹੈ, ਬਟ ਪਬਲਿਕ ਹੈਲਥ ਮੈਜਰਸ ਦਾ ਬਹੁਤ ਜ਼ਿਆਦਾ ਰੋਲ ਹੈ ਤੇ ਸਕਸੈਸਫੁਲ ਰੋਲ ਹੈ। ਤੇ ਜਦੋਂ ਤਾਈਂ ਵੈਕਸੀਨ ਨਹੀਂ ਬਣ ਜਾਂਦੀ, ਇਹ ਦੁਬਾਰਾ ਜਿਹੜਾ ਹੁਣ ਇਕੋਨਮੀਆਂ ਖੁੱਲਣਗੀਆਂ, ਇਹਦਾ ਸੈਕੰਡ ਹਿੱਟ ਫੀਨੋਮੀਨਾ ਬਹੁਤ ਰੀਅਲ ਹੈ। ਤੇ ਮੇਰੀ ਦਿਲੋਂ ਦਰਖਾਸਤ ਇਹੀ ਰਹੇਗੀ ਕਿ ਜਦ ਤਾਈਂ ਸਹਾਰ ਸਕਦੇ ਹੋ, ਜਦ ਤਾਈਂ ਵੈਕਸੀਨ ਨਹੀਂ ਆ ਜਾਂਦੀ, ਉਹਦਾ ਪਰਹੇਜ਼ ਹੀ ਕਰੋ ਪਲੀਜ਼। ਤੁਹਾਨੂੰ ਲੱਗਦਾ ਹੈ there will be a second outbreak, and ਜੇ if yes ਤੇ ਉਹ ਕਿਸ ਤਰ੍ਹਾਂ ਦੀ ਹੋਏਗੀ ਸੈਕੰਡ ਵੇਵ ਜਿਹੜੀ ਹੋਏਗੀ? I think ਮੇਰੇ ਹਿਸਾਬ ਨਾਲ, ਸਿਰਫ ਮੇਰੀ ਆਪਣੀ ਓਪੀਨੀਅਨ ਹੈ ਕਿ ਸੈਕੰਡ ਬ੍ਰੇਕ ਡੈਫੀਨਿਟਲੀ ਹੋਊਗਾ, ਉਹ ਤਾਂ ਹੋਊਗਾ ਹੀ ਹੋਊਗਾ। ਕਿਉਂ? ਕਿਉਂਕਿ ਜਿਹੜਾ ਫਸਟ ਆਫ ਆਲ ਹਾਲੇ ਤਾਈਂ ਵੈਕਸੀਨ ਬਣੀ ਨਹੀਂ, ਠੀਕ ਹੈ। ਤੇ ਟੈਕਨੀਕਲੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਲੋਕ ਬਚ ਗਏ, ਜਿਨ੍ਹਾਂ ਲੋਕਾਂ ਨੂੰ ਬਿਮਾਰੀ ਨਹੀਂ ਹੋਈ, ਉਹ ਹਾਲੇ ਤਾਈਂ ਐਕਸਪੋਜ਼ ਨਹੀਂ, ਠੀਕ ਹੈ। ਤੇ ਇੱਕ ਵਜ੍ਹਾ ਤੇ ਉਹ ਹੈ। ਦੂਜੀ, ਉਹਦਾ ਐਕਸਪੀਰੀਅੰਸ ਕਿੱਦਾਂ ਦਾ ਹੋਏਗਾ? ਉਹ ਇੱਦਾਂ ਹੋਏਗਾ ਕਿ ਡਿਪੈਂਡ ਕਰਦਾ ਕਿ ਕਿਸ ਟਾਈਪ ਦਾ ਐਕਸਪੋਜਰ, ਸੈਕੰਡ ਐਕਸਪੋਜਰ ਹੋਏਗਾ। ਫॉर एग्जांपल, ਜੇ ਇਕੋਨਮੀ ਪੂਰੀ ਖੋਲਤੀ, ਇੰਟਰਨੈਸ਼ਨਲ 에ਅਰਪੋਰਟਸ ਬਿਲਕੁਲ ਹੀ ਖੁੱਲ ਗਏ, all the way extreme, ਜਿੱਦਾਂ if you go to Manhattan for example, ਜਾਂ ਬੋਸਟਨ ਸਮਝ ਲਓ, they ਹਜ਼ਾਰਾਂ, ਤਕਰੀਬਨ 10,000 ਹਜ਼ਾਰਾਂ 'ਚ ਲੋਕ ਅੰਦਰ ਬਾਹਰ ਆਉਂਦੇ ਨੇ। ਜੇ ਉਸ ਟਾਈਪ ਦਾ ਟਰੈਵਲ ਇੱਕਦਮ ਜ਼ੀਰੋ ਤੋਂ ਫੁੱਲ ਹੋ ਗਿਆ, ਇਹ ਪਹਿਲੇ ਵੇਵ ਤੋਂ ਵੀ ਬਹੁਤ ਜ਼ਿਆਦਾ ਬੁਰੀ ਐਕਸਪੀਰੀਅੰਸ ਹੋਏਗਾ ਸਾਡਾ। ਤੇ ਮੈਂ ਕਹਿ ਸਕਦਾ ਕਿ ਜੇ ਉਹ ਹੋਇਆ ਤੇ ਸਾਡਾ ਜਿਹੜਾ ਹਸਪੀਟਲ ਸਿਸਟਮ ਹੈ ਉਹ ਓਵਰਬਰਡਨ ਹੋ ਜਾਏਗਾ ਐਂਡ ਵੋਂਟ ਬੀ ਏਬਲ ਟੂ ਹੈਂਡਲ ਇਟ। ਮੇਰੀ ਹੋਪ ਇਹ ਰਹੇਗੀ ਕਿ, ਸੌਰੀ ਟੂ ਕੱਟ ਯੂ ਆਫ, ਕਿ ਮੇਰੀ ਹੋਪ ਇਹੀ ਰਹੇਗੀ ਕਿ ਬੜੀ ਗ੍ਰੈਜੂਅਲ ਤਰੀਕੇ ਨਾਲ ਖੁੱਲੇ ਐਂਡ ਹਰ ਸਟੈਪ ਤੇ ਅਸੀਂ ਉਸ ਐਕਸਪੀਰੀਅੰਸ ਨੂੰ ਅਸੈਸ ਤੇ ਰੀਅਸੈਸ ਕਰ ਸਕੀਏ। ਹਾਲੇ ਵੀ ਲੋਕਾਂ ਦੇ ਮਨ ਦੇ ਵਿੱਚ ਇੱਕ ਐਂਜ਼ਾਈਟੀ ਹੈਗੀ ਹੈ, ਚਿੰਤਾ ਹੈਗੀ ਹੈ ਕਿ ਜੇਕਰ ਉਹ ਬਾਹਰ ਜਾਂਦੇ ਨੇ ਤੇ ਸ਼ਾਇਦ ਜਿਹੜੇ ਹਲੇ ਲੋਕੀ ਇਨਫੈਕਟ ਨਹੀਂ ਹੋਏ ਨੇ, ਉਹ ਸ਼ਾਇਦ ਕੋਵਿਡ-19 ਦੇ ਨਾਲ ਇਨਫੈਕਟ ਹੋ ਸਕਦੇ ਨੇ। ਕੀ ਲੱਗਦਾ ਤੁਹਾਨੂੰ ਲੋਕਾਂ ਨੂੰ ਕਿਸ ਤਰ੍ਹਾਂ ਦੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ? ਸੋ ਫਸਟ ਆਫ ਆਲ, ਉਹ ਡਰ ਜਿਹੜਾ ਹੈ, ਉਹ ਡਰ ਬਹੁਤ ਰੀਅਲ ਹੈ ਤੇ ਉਹ ਡਰ ਮੇਰੇ ਦਿਲ 'ਚ ਹੈ, ਮੇਰੇ ਪਰਿਵਾਰ ਦੇ ਦਿਲ 'ਚ ਹੈ, ਤੇ ਉਹ ਡਰ ਰੀਅਲ ਹੈ। ਕਿਉਂਕਿ ਕਦੇ ਨਿਊਜ਼ 'ਚ ਸੁਣਨ ਨੂੰ ਆਉਂਦਾ ਕਿ ਇਹ ਤੇ ਮਨ ਘੜਤ ਚੀਜ਼ ਹੈ, ਬਣੀ ਬਣਾਈ ਚੀਜ਼ ਹੈ। ਇਹ ਬਣੀ ਬਣਾਈ ਚੀਜ਼ ਨਹੀਂ ਹੈ, ਰੀਅਲ ਚੀਜ਼ ਹੈ, ਠੀਕ ਹੈ। ਤੇ ਉਹਦਾ ਕਰਕੇ ਇਹ ਡਰ ਰੀਅਲ ਹੋਣਾ ਚਾਹੀਦਾ। ਤੇ ਇਨ ਟਰਮਸ ਆਫ ਜਿਹੜੇ ਪ੍ਰੀਕਾਸ਼ਨਸ ਨੇ, ਉਹ ਬਹੁਤ ਸਿੰਪਲ ਜਿਹੇ ਪ੍ਰੀਕਾਸ਼ਨਸ ਨੇ। ਸਭ ਤੋਂ ਜ਼ਿਆਦਾ ਜਿਹੜੇ ਹਾਈ ਰਿਸਕ ਪੇਸ਼ੈਂਟ ਪੋਪੂਲੇਸ਼ਨ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਉਹਦਾ ਮਤਲਬ ਇਹ ਹੈ ਕਿ ਹਾਈ ਰਿਸਕ ਜਿਹੜੇ ਨੇ, ਉਹ ਬੁੱਢੇ ਬਜ਼ੁਰਗ ਜਿਹੜੇ 50-55 ਸਾਲ ਦੀ ਉਮਰ ਤੋਂ ਜ਼ਿਆਦਾ ਨੇ, ਜਿਨ੍ਹਾਂ ਨੂੰ ਜੇ 50-55 ਸਾਲ ਦੇ ਨਹੀਂ ਵੀ ਨੇ, ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ, ਜਿਨ੍ਹਾਂ ਨੂੰ ਲੰਗ ਪ੍ਰੋਬਲਮਸ ਨੇ, ਜਿੱਦਾਂ ਐਜ਼ਮਾ ਹੈ, COPD ਹੈ, ਬ੍ਰੌਂਕਾਈਟਿਸ ਹੈ, ਦਮਾ ਜਿਹਨੂੰ ਕਹਿੰਦੇ ਆ, ਤੇ ਉਹਨਾਂ ਲੋਕਾਂ ਨੂੰ ਹਾਇਰ ਰਿਸਕ ਹੈ। ਤੇ ਜਿਹੜੇ ਲੋਕਾਂ ਨੂੰ ਉਂਝ ਹੀ ਨਰਸਿੰਗ ਹੋਮ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਕੈਂਸਰ ਹੈ, ਜਿਨ੍ਹਾਂ ਨੂੰ ਜ਼ਿਆਦਾ ਦਵਾਈਆਂ ਲੈਣੀ ਪੈਂਦੀਆਂ ਨੇ ਉਂਝ ਹੀ ਹੈਲਦੀ ਰਹਿਣ ਨੂੰ, ਇਹਨਾਂ ਲੋਕਾਂ ਨੂੰ ਮੈਂ ਕਹਾਂਗਾ ਕਿ ਇਹ ਤੁਸੀਂ ਹਾਈ ਰਿਸਕ ਹੋ, ਤੇ ਜੇ ਨਾ ਹੋ ਸਕੋ ਤੁਸੀਂ, ਜੇ ਇਕੋਨਮੀ ਖੁੱਲ ਵੀ ਜਾਏ, ਬਾਹਰ ਨਾ ਜਾਓ।
ਜੀ ਜਿੱਦਾਂ ਸਾਡੇ ਇੱਥੇ ਕਰਦੇ ਨੇ ਕਿ ਲਾਈਕ ਜਿਹੜੇ ਬੁੱਢੇ ਬਜ਼ੁਰਗ ਨੇ ਉਹਨਾਂ ਨੇ ਜਿਹੜਾ ਜੇ ਸੋਚੋ ਲਾਈਕ ਖਾਣਾ ਲੈਣ ਜਾਣਾ ਹੋਏ, ਗਰੋਸਰੀ ਕਰਨ ਜਾਣਾ ਹੋਏ ਤੇ ਉਹ ਕਿਸੇ ਹੋਰ ਨੂੰ ਕਹਿ ਦਿੰਦੇ ਨੇ ਪੜੋਸ ਨੂੰ, ਆਸ ਪੜੋਸ ਨੂੰ ਕਿ ਤੁਸੀਂ ਜਾ ਕੇ ਆ ਮੇਰੇ ਲਈ ਲੈ ਆਓ ਤੇ ਮੇਰੇ ਦਰਵਾਜ਼ੇ ਬਾਹਰ ਰੱਖ ਦਿਓ, ਮੈਂ ਲੈ ਲਾਂਗਾ। ਇਦਾਂ ਦੇ ਸਿੰਪਲ ਚੀਜ਼ਾਂ ਤੇ ਇਹ ਕੁਝ ਆਪਣਾ ਪਰਹੇਜ਼ ਹੈ, ਕੁਝ ਕਮਿਊਨਿਟੀ ਦਾ ਪਰਹੇਜ਼ ਹੈ ਤੇ ਰਿਸਪੌਂਸਿਬਿਲਿਟੀ ਦੋਨੋਂ ਤਰਫੇ ਹੈ ਜੀ ਤੇ ਬਟ ਜੇ ਇਹ ਸਭ ਨਹੀਂ ਵੀ ਹੋ ਸਕਦਾ ਬਟ ਵੈਰੀ ਸਿੰਪਲੀ ਸਪੀਕਿੰਗ ਆਪਣੇ ਮੂੰਹ ਤੇ ਮਾਸਕ ਰੱਖੋ, ਠੀਕ ਹੈ। ਮਾਸਕ ਦੀ ਕੁਆਲਿਟੀ ਹੋਣੀ ਚਾਹੀਦੀ ਹੈ। ਕਈ ਲੋਕ ਕੱਪੜੇ ਪਾਉਂਦੇ ਨੇ, ਕਈ ਲੋਕ ਸਰਜੀਕਲ ਮਾਸਕਸ ਪਾਉਂਦੇ ਨੇ। ਜਿਹੜਾ ਵੀ ਪਾਉਂਦੇ ਹੋ ਮਤਲਬ ਉਹਦਾ ਇਹ ਸਮਝੋ ਕਿ ਆ ਜਿਹੜਾ ਨੱਕ ਦਾ ਜਿਹੜਾ ਏਰੀਆ ਹੁੰਦਾ ਨਾ ਉਹਦੇ ਤੇ ਥੋੜਾ ਜਿਹਾ ਦਬਾਅ ਤੇ ਸੀਲ ਹੋਣੀ ਚਾਹੀਦੀ ਹੈ। ਤੇ ਜਦੋਂ ਬਾਹਰ ਗਏ ਸੋਚਿਆ ਕਿ ਲਾਈਕ ਖੰਘ ਆ ਰਹੀ ਹੈ ਜਾਂ ਖਾਂਸੀ ਆ ਰਹੀ ਹੈ, ਉਹ ਏਦਾਂ ਐਲਬੋ ਦੇ ਅੰਦਰ ਆਪਣਾ ਮੂੰਹ ਰੱਖ ਕੇ ਖੰਘੋ ਜਾਂ ਨਿੱਛੋ ਤੇ ਜਿੱਦਾਂ ਹੀ ਘਰ ਵਾਪਸ ਆਇਓ ਚੰਗੀ ਤਰ੍ਹਾਂ ਕਮ ਸੇ ਕਮ 20-30 ਸੈਕਿੰਡ ਵਾਸਤੇ ਆਪਣੇ ਹੱਥ ਮੂੰਹ ਨੂੰ ਧੋ, ਠੀਕ ਹੈ। ਤੇ ਕਈ ਵਾਰੀ ਬੜੀ ਸਿੰਪਲ ਚੀਜ਼ਾਂ ਵੀ ਹੁੰਦੀਆਂ। ਜਿਹੜੇ ਲੋਕ ਚਸ਼ਮੇ ਪਾਉਂਦੇ ਨੇ, ਠੀਕ ਹੈ, ਚਸ਼ਮੇ ਦੀ ਜਿਹੜੀ ਬਾਹਰਲੀ ਤਰਫ ਹੁੰਦੀ ਆ ਉਹਦੇ ਤੇ ਆ ਡ੍ਰੌਪਲੇਟਸ ਜਿਹੜੇ ਨੇ ਵਾਇਰਸ ਦੇ ਉਹ ਇਕੱਠੇ ਹੋ ਜਾਂਦੇ ਨੇ ਤੇ ਲੋਕ ਕੀ ਕਰਦੇ ਨੇ ਚਸ਼ਮਾ ਉਤਾਰਿਆ, ਉਹਨੂੰ ਹੱਥ ਲਾਇਆ, ਬਾਅਦ ਚ ਉਹੀ ਹੱਥ ਨਾਲ ਖਾਣਾ ਖਾ ਲਿਆ, ਕੁਝ ਕਰ ਲਿਆ। ਤੇ ਇਹੋ ਜਿਹੇ ਸਿੰਪਲ ਚੀਜ਼ਾਂ ਜਿਹੜੇ ਨੇ ਬਸ ਇਹ ਸੋਚੋ ਕਿ ਇਹ ਵਾਇਰਸ ਨੇ ਜਦੋਂ ਤੁਹਾਡੇ ਬੋਡੀ ਦੇ ਅੰਦਰ ਜਾਣਾ ਉਹ ਜਾਂ ਤੇ ਸਾਹ ਤੋਂ ਜਾਣਾ ਜਾਂ ਮੂੰਹ ਤੋਂ ਜਾਣਾ ਤੇ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਪ੍ਰੋਟੈਕਟ ਕਰਨਾ ਤੇ ਇਹ ਦੋ ਚੀਜ਼ਾਂ ਨੇ ਜਿਨ੍ਹਾਂ ਨੂੰ ਜ਼ਰੂਰੀ ਸਾਫ਼ ਕਰਨਾ। ਜੀ ਬਿਲਕੁਲ ਡਾਕਟਰ ਹਰਮਨ, ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਰ ਰੋਜ਼ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਉਹਨਾਂ ਦੇ ਮਨ 'ਚ ਕੋਈ ਸਵਾਲ ਹੈਗਾ ਤੇ ਸਾਡੇ ਨਾਲ ਸ਼ੇਅਰ ਕਰਨ। ਅਸੀਂ ਹੈਲਥ ਕੇਅਰ ਪ੍ਰੋਵਾਈਡਰ ਦੇ ਨਾਲ, ਹੈਲਥ ਆਫੀਸ਼ੀਅਲਸ ਦੇ ਨਾਲ ਉਹ ਸਵਾਲ ਉਹਨਾਂ ਦਾ ਜ਼ਰੂਰ ਚੁੱਕਾਂਗੇ। ਇਸੇ ਤਰ੍ਹਾਂ ਸਾਨੂੰ ਕੁਝ ਕੁਐਸਚਨਸ ਆਏ ਨੇ ਜਿਨ੍ਹਾਂ ਵਿੱਚੋਂ 2 ਕੁਐਸਚਨਸ ਅਸੀਂ ਪਿਕ ਕੀਤੇ ਨੇ ਤੇ ਪਹਿਲਾ ਕੁਐਸਚਨ ਜਿਹੜਾ ਹੈਗਾ ਲੋਕਾਂ ਦਾ ਇਹ ਵੇ ਕਿ ਜਿਹੜੇ ਲੋਕੀ COVID-19 ਦੇ ਨਾਲ ਇਨਫੈਕਟ ਹੋ ਚੁੱਕੇ ਨੇ ਕੀ ਉਹ ਦੁਬਾਰਾ ਰੀਇਨਫੈਕਟ ਹੋ ਸਕਦੇ ਨੇ ਜਾਂ ਨਹੀਂ? ਸੋ ਜਿਹੜੇ COVID-19 ਦਾ ਜਿਹੜੇ ਇਨਫੈਕਟ ਹੋ ਚੁੱਕੇ ਨੇ ਉਹਨਾਂ ਨੂੰ ਜੇ ਉਹ ਇਨਫੈਕਟ ਹੋ ਕੇ ਬਿਲਕੁਲ 100% ਬੈਕ ਟੂ ਆਪਣੇ ਬੇਸਲਾਈਨ ਤੇ ਆ ਸਕਦੇ ਨੇ, ਉਹਨਾਂ ਨੂੰ ਸੈਕੰਡ ਇਨਫੈਕਸ਼ਨ ਦਾ ਖਤਰਾ ਥੋੜਾ ਰਿਲੇਟਿਵਲੀ ਸਪੀਕਿੰਗ ਟੂ ਦੋਜ਼ ਦੈਟ ਹੈਵ ਨਾਟ ਬੀਨ ਇਨਫੈਕਟਡ, ਜਿਹਨਾਂ ਨੂੰ ਨਹੀਂ ਇਨਫੈਕਸ਼ਨ ਹੋਇਆ ਉਹਨਾਂ ਨੂੰ ਰਿਸਕ ਘੱਟ ਹੈ ਬਿਕਾਜ਼ ਉਹਨਾਂ ਦੀ ਐਂਟੀਬਾਡੀਜ਼ ਬਣ ਜਾਂਦੀਆਂ ਨੇ। ਤੇ ਅਸੀਂ ਮੈਡੀਸਨ 'ਚ ਐਕਚੁਅਲੀ ਉਹਨਾਂ ਦਾ convalescent serum ਜਾਂ blood antibodies ਨੂੰ ਐਕਚੁਅਲੀ ਬਿਮਾਰ ਲੋਕਾਂ ਵਾਸਤੇ ਯੂਜ਼ ਕਰ ਰਹੇ ਹਾਂ। ਬਟ ਟੂ guarantee that to say ਕਿ you will not have it again ਉਹਦਾ ਤੁਹਾਨੂੰ ਐਂਟੀਬਾਡੀ ਟੈਸਟ ਕਰਨਾ ਪਏਗਾ। So to say ਕਿ like 100% there is no risk is wrong, but your risk relatively speaking ਜਿੱਦਾਂ ਨਾਰਮਲ ਬੰਦੇ ਤੋਂ ਉਹ ਰਿਸਕ ਘੱਟ ਹੈ। ਜੀ ਜਿਹੜਾ ਦੂਜਾ ਸਵਾਲ ਹੈਗਾ ਉਹ ਇਹ ਵੀ ਕਿ ਜਿਹੜੇ ਸਮੋਕਰਸ ਐਂਡ ਵੇਪਰਸ ਹਨ ਉਹਨਾਂ ਲਈ ਕਰੋਨਾ ਵਾਇਰਸ ਕਿੰਨਾ ਜ਼ਿਆਦਾ ਵਰਸ ਹੋ ਸਕਦਾ ਹੈ? ਸੋ ਡੈਫੀਨਿਟਲੀ ਇਹਦਾ ਸਾਇੰਟੀਫਿਕ ਆਨਸਰ ਦੇਣਾ ਥੋੜਾ ਜਿਹਾ ਮੁਸ਼ਕਿਲ ਹੈ ਬਿਕਾਜ਼ ਅਸੀਂ ਇਹਦਾ ਡਿਜ਼ੀਜ਼ ਇੰਨੀ ਪੁਰਾਣੀ ਨਹੀਂ ਹੈ ਕਿ ਇਹਨੂੰ ਟੈਸਟ ਕਰ ਸਕੀਏ ਹਾਲੇ। ਬਟ ਡੈਫੀਨਿਟਲੀ ਇਹ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਸਮੋਕਿੰਗ ਦਾ ਕਰਕੇ ਜਾਂ ਵੇਪਿੰਗ ਦਾ ਕਰਕੇ ਆਲਰੇਡੀ ਲੰਗ ਡਿਜ਼ੀਜ਼ ਹੈ ਉਹਨਾਂ ਦਾ ਰਿਸਕ ਬਹੁਤ ਜ਼ਿਆਦਾ ਹਾਈ ਹੈ ਤੇ ਉਹ ਰਿਸਕ ਅਲੋਂਗਸਾਈਡ ਜਿੱਦਾਂ ਮੈਂ ਉਮਰ ਦਾ ਤਕਾਜ਼ਾ ਦੇ ਰਿਹਾ ਸੀ ਪਹਿਲਾਂ ਉਹਦਾ ਰਿਸਕ ਬਹੁਤ ਦੁੱਗਣਾ ਹੈ। ਤੇ ਮੇਰੀ ਦਰਖਾਸਤ ਇਹੀ ਰਹੇਗੀ ਕਿ ਜਿੰਨਾ ਸਮੋਕਿੰਗ ਤੇ ਵੇਪਿੰਗ ਉਂਝ ਹੀ ਬੁਰੀ ਹੈ ਤੁਹਾਡੀ ਸਿਹਤ ਵਾਸਤੇ, ਪਰ ਇਸ ਦੌਰਾਨ ਸਮੋਕਿੰਗ ਕਰਨਾ, ਵੇਪਿੰਗ ਕਰਨਾ ਤੇ ਜਿਨ੍ਹਾਂ ਦੇ ਲੰਗ ਡਿਜ਼ੀਜ਼ ਆਲਰੇਡੀ ਹੁੰਦੀ ਹੈ ਉਹ it'll only probably be worse for you. ਜੀ ਡਾਕਟਰ ਹਰਮਨ, ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਐਂਡ ਸ਼ੇਅਰਿੰਗ ਆਲ ਦਿਸ ਇਨਫੋਰਮੇਸ਼ਨ ਵਿਦ ਅਸ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਵਾਲ ਕਈ ਸਨ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ। No problem. Be safe. ਸਤਿ ਸ਼੍ਰੀ ਅਕਾਲ. Thank you.